ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਸਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਹੈ। ਪਹਿਲਾਂ ਵੀ ਕਾਫੀ ਤੱਤੇ ਜਿਹੇ ਬਿਆਨ ਆਉਂਦੇ ਰਹਿੰਦੇ ਆ। ਇਸ ਵਾਰ ਉਹਨਾਂ ਨੇ ਕਹਿ ਦਿੱਤਾ ਜੇਕਰ ਸਰਕਾਰ ਨੇ MSP ਕਾਨੂੰਨ ਨਾ ਬਣਾਇਆ, ਕਿਸਾਨਾਂ ਦੀ ਤੇ ਸਰਕਾਰ ਦੀ ਸਿੱਧੀ ਲੜਾਈ ਹੋ ਸਕਦੀ ਹੈ। ਕਿਵੇਂ ਦੇਖਦੇ ਆ ਇਸ ਬਿਆਨ ਨੂੰ? ਦੂਜੇ ਪਾਸੇ ਇਹ ਵੀ ਦੱਸਿਓ ਕਿ ਭਾਜਪਾ ਕੋਈ ਕਾਰਵਾਈ ਵੀ ਨਹੀਂ ਕਰਦੀ ਕਦੀ ਉਹਨਾਂ ਤੇ ਇਸ ਤਰ੍ਹਾਂ ਦੇ ਬਿਆਨਾਂ ਤੇ। ਮੈਂ ਖੁਦ ਹੈਰਾਨ ਹੈ ਕਿ ਸਤਿਆਪਾਲ ਮਲਿਕ ਜਿੰਨਾ ਸਖਤੀ ਨਾਲ ਬੋਲਦਾ, ਜਿਵੇਂ ਆਪਣੀ ਸਰਕਾਰ ਦੇ ਖਿਲਾਫ ਟੁੱਟ ਕੇ ਪੈਂਦਾ ਜੀ, ਉਸ ਬੰਦੇ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੁੱਪ ਕਿਉਂ ਵੱਟ ਜਾਂਦੇ? ਉਹ ਜੰਮੂ ਕਸ਼ਮੀਰ ਦਾ ਗਵਰਨਰ ਹੁੰਦਾ ਸੀ। ਉੱਥੇ ਹੁੰਦਿਆਂ ਉਹਨੇ ਇੱਕ ਵਾਰੀ ਦੇਸ਼ ਦੇ ਵੱਡੇ ਜਿਹੜੇ ਲੋਕ ਸਨ, ਅਡਾਨੀ ਅੰਬਾਨੀ, ਇਹਨਾਂ ਸਾਰਿਆਂ ਬਾਰੇ ਆਖਿਆ ਸੀ ਕਿ ਦੁਨੀਆ ਦੇ ਵੱਡੇ ਵੱਡੇ ਅਮੀਰ ਚੈਰਿਟੀ 'ਚ ਇੰਨੇ % ਦਿੰਦੇ ਆ, ਇਹ ਸਿਰਫ ਲੈਂਦੇ ਹੀ ਆ, ਦਿੰਦੇ ਕੱਖ ਨਹੀਂ। ਮਾਮੂਲੀ ਜਿਹੀ ਰਕਮ ਦੇ ਕੇ ਤੇ ਬੜੇ ਦਾਨੀ ਬਣ ਜਾਂਦੇ। ਫਿਰ ਉਹ ਜਦੋਂ ਕਿਸਾਨਾਂ ਦਾ ਮੋਰਚਾ ਚੱਲਦਾ ਸੀ, ਉਹਦੇ ਦੌਰਾਨ ਇਹਨੇ ਵਾਰ-ਵਾਰ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਤੁਹਾਨੂੰ ਮੰਨਣੀਆਂ ਪੈਣੀਆਂ, ਤੁਸੀਂ ਇਨਕਾਰ ਨਾ ਕਰੋ ਜੀ। ਇੱਕ ਵਾਰੀ ਇਹਨੇ ਇਹ ਵੀ ਕਹਿ ਦਿੱਤਾ, ਕੁਛ ਲੋਕਾਂ ਨੂੰ ਮਹਾਰਾਣਾ ਪ੍ਰਤਾਪ ਚੰਗਾ ਲੱਗਦਾ, ਮੈਨੂੰ ਕਿਸਾਨ ਚੰਗਾ ਲੱਗਦਾ। ਇੱਕ ਵਾਰੀ ਇਹਨੇ ਦੇਸ਼ ਦੀ ਸਰਕਾਰ ਨੂੰ ਤੇ ਪਾਰਲੀਮੈਂਟ ਨੂੰ ਕਹਿ ਦਿੱਤਾ ਕਿ ਇੱਥੇ ਦਿੱਲੀ 'ਚ ਕੁੱਤਾ ਮਰ ਜਾਵੇ ਤੇ ਤੁਸੀਂ ਸ਼ੋਕ ਮਤਾ ਕਰਦੇ ਹੋ। 700 ਤੋਂ ਵੱਧ ਕਿਸਾਨ ਮਰ ਗਿਆ, ਤੁਹਾਡੇ ਕੋਲ ਸ਼ੋਕ ਮਤਾ ਨਹੀਂ ਕੀਤਾ ਗਿਆ। ਇੱਕ ਵਾਰੀ ਇਹਨੇ ਇਹ ਕਹਿ ਦਿੱਤਾ ਸੀ, ਜਦੋਂ ਜੰਮੂ ਕਸ਼ਮੀਰ ਦਾ ਗਵਰਨਰ ਹੁੰਦਾ ਸਾਂ ਤੇ ਮੇਰੇ ਕੋਲ 2 ਫਾਈਲਾਂ ਆਈਆਂ। ਇੱਕ ਫਾਈਲ ਸਿੱਧੇ ਤੌਰ 'ਤੇ ਜਿਹਦੇ 'ਚ 150-200 ਕਰੋੜ ਦੀ ਕਮਾਈ ਹੋ ਸਕਦੀ ਸੀ ਤੇ ਉਹ ਬੰਦਾ ਆਪਣੇ ਆਪ ਨੂੰ RSS ਦਾ ਕਹਿੰਦਾ ਸੀ। ਇੱਕ ਹੋਰ ਫਾਈਲ ਸੀ ਜਿਹਦੇ 'ਚ 100 ਕਰੋੜ ਦੀ ਕਮਾਈ ਹੋ ਸਕਦੀ ਸੀ। ਮੈਨੂੰ ਸੈਕਟਰੀ ਨੇ ਆਖਿਆ ਜੀ ਦਸਤਾਂ ਨਾਲ ਹੀ ਕੰਮ ਬਣ ਜਾਣਾ, ਤੇ ਉਹ ਬੰਦਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨੇੜੂ ਕਹਿੰਦਾ ਸੀ। ਤੇ ਮੈਂ ਫਾਈਲ ਠੱਪ ਦਿੱਤੀ ਤੇ ਮੈਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਵੀ ਉਹ ਬੰਦਾ ਆਪਣੇ ਆਪ ਨੂੰ ਤੁਹਾਡਾ ਨੇੜੂ ਕਹਿੰਦਾ ਤੇ ਐਡਾ ਮੋਟਾ ਗੱਫਾ ਦਿੰਦਾ ਪਿਆ, ਤੁਹਾਡਾ ਨੇੜੂ ਹੈਗਾ ਵੀ ਆ ਕਿ ਐਵੇਂ ਆਪਣੇ ਆਪ ਨੂੰ ਕਹਿੰਦਾ? ਉਹ ਜਿੱਦਾਂ ਦੀਆਂ ਗੱਲਾਂ ਹੁਣ ਤੱਕ ਕਰਦਾ ਰਿਹਾ, ਹਰ ਮਾਮਲੇ 'ਚ ਜਿਸ ਤਰ੍ਹਾਂ ਟੁੱਟ ਕੇ ਪੈਂਦਾ ਰਿਹਾ, ਉਹਨਾਂ ਗੱਲਾਂ ਨੂੰ ਵੇਖੀਏ ਤੇ ਹੁਣ ਜੋ ਕੁਛ ਉਹਨੇ ਆਖਿਆ ਉਹ ਕੋਈ ਖਾਸ ਗੱਲ ਨਹੀਂ ਜੀ। ਉਹ ਇਸ ਵੇਲੇ ਵੀ ਆਪਣੀ ਸਰਕਾਰ ਦੇ ਖਿਲਾਫ ਜਿੰਨੀ ਤੇਜ਼ੀ ਨਾਲ ਬੋਲਦਾ ਪਿਆ, ਜੋ ਕੱਲ੍ਹ ਨੂੰ ਗਵਰਨਰ ਨਾ ਰਿਹਾ, ਇਹੋ ਮੁੱਦੇ ਦੇ ਤੋਂ ਹੋਰ ਵੱਧ ਸ਼ਿੱਦਤ ਨਾਲ, ਹੋਰ ਵੱਧ ਜ਼ੋਰ ਨਾਲ ਚੁੱਕੇਗਾ। ਉਹਨੇ ਪਿਛਲੇ ਸਮੇਂ 'ਚ ਫਿਰਕੂ ਮੁੱਦਿਆਂ ਦੇ ਉੱਤੇ ਵੀ ਸਰਕਾਰ ਨੂੰ ਆਖਿਆ ਤੁਸੀਂ ਗਲਤ ਕਰਦੇ ਹੋ, ਹਿੰਦੂ ਮੁਸਲਮਾਨ ਸਿੱਖ ਸਾਰਿਆਂ ਨੂੰ ਇਕੱਠੇ ਵਸਣ ਦਿਓ। ਉਹਨੂੰ ਇੱਕ ਵਾਰੀ ਪੁੱਛਿਆ ਗਿਆ ਕਿ ਤੁਸੀਂ ਗਵਰਨਰ ਹੋ, ਅੱਜ ਕੱਲ੍ਹ ਲੈਫਟੀਨੈਂਟ ਗਵਰਨਰ ਹੋ, ਐਡੀ ਪਾਵਰ ਵਾਲੀ ਪੋਸਟ ਤੁਹਾਡੇ ਕੋਲ ਆ, ਤੁਸੀਂ ਆਪਣੀ ਸਰਕਾਰ ਦੇ ਖਿਲਾਫ ਵਾਰ-ਵਾਰ ਬੋਲਦੇ ਆ, ਤੁਹਾਨੂੰ ਇਹ ਨਹੀਂ ਸਮਝ ਲੱਗਦੀ ਕਿ ਉਹ ਤੁਹਾਨੂੰ ਅਹੁਦੇ ਤੋਂ ਲਾ ਵੀ ਸਕਦੇ ਆ? ਤੇ ਕਹਿੰਦਾ ਲਾ ਦੇਣ, ਮੈਂ ਉਹਦਾ ਮੰਗਿਆ, ਮੈਂ ਉਹਦੇ ਪਿੱਛੇ ਕਦੋਂ ਭੱਜਦਾ? ਉਹ ਇੰਨਾ ਕੁ ਅਣਖ ਵਾਲਾ, ਮੈਨੂੰ ਹੈਰਾਨੀ ਆ ਕਿ ਅੱਜ ਦੇ ਯੁੱਗ ਦੇ ਵਿੱਚ ਇਹੋ ਜਿਹੇ ਅਹੁਦਿਆਂ ਦੇ ਉੱਤੇ ਕੋਈ ਬੰਦਾ ਇੰਨਾ ਅਣਖ ਨਾਲ ਡਟ ਕੇ ਖਲੋਤਾ ਹੋਵੇ, ਬੋਲਦਾ ਹੋਵੇ। ਬਹੁਤ ਸਾਰੇ ਉਹ ਲੋਕ ਆ ਗਵਰਨਰ ਤੇ ਲੈਫਟੀਨੈਂਟ ਗਵਰਨਰ ਲੱਗੇ ਹੋਏ, ਜਿਹੜੇ ਕਿਸੇ ਵਕਤ BJP ਦੇ ਬਹੁਤ ਵੱਡੇ ਆਲੋਚਕ ਹੁੰਦੇ ਸਨ, ਭਾਜਪਾ ਦਾ ਵਿਰੋਧ ਕਰਦੇ ਸਨ, ਵਾਜਪਾਈ ਦਾ, ਅਡਵਾਨੀ ਦਾ, ਸਾਰਿਆਂ ਦਾ ਕਰਦੇ ਸਨ। ਉਹ ਫਿਰਕਾਪ੍ਰਸਤੀ ਵੀ ਵਰਤਦੇ ਸੀ ਤੇ ਮੱਠੀ ਫਿਰਕਾਪ੍ਰਸਤੀ, ਨਰਮ ਸੁਰ ਦੀ ਫਿਰਕਾਪ੍ਰਸਤੀ ਵਰਤਦੇ ਸੀ। ਨਰਿੰਦਰ ਮੋਦੀ ਦੇ ਦੌਰ ਵਿੱਚ ਜਦੋਂ ਕੱਟੜਪੰਥੀਪੁਣਾ ਬਹੁਤ ਭਾਰੂ ਹੋਇਆ ਪਿਆ, ਜਿਹੜੇ ਬੰਦੇ ਭਾਜਪਾ ਦੇ ਆਲੋਚਕ ਹੁੰਦੇ ਸੀ ਉਹ ਰਾਤੋਂ ਰਾਤ ਹੀ ਭਾਜਪਾ ਦੇ ਸਮਰਥਕ ਬਣ ਗਿਆ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਸਮਰਥਕ ਬਣ ਗਏ। ਇਹ ਬੰਦਾ ਸਮਰਥਕ ਬਣਨ ਦੇ ਬਜਾਏ ਉਲਟਾ ਸਗੋਂ ਇਸ ਮੌਕੇ ਵੀ ਆਪਣੀ ਸਰਕਾਰ ਨੂੰ ਘੇਰ ਰਿਹਾ। ਇਹਦਾ ਮਤਲਬ 2 ਹੀ ਗੱਲਾਂ, ਜਾਂ ਤਾਂ ਕੋਈ ਖਾਸ ਗੱਲ ਆ, ਭਾਜਪਾ ਲੀਡਰਸ਼ਿਪ ਸਤਿਆਪਾਲ ਮਲਿਕ ਤੋਂ ਡਰਦੀ ਪਈ ਆ ਜੀ, ਜਾਂ ਦੂਸਰੀ ਗੱਲ ਹੈ ਕਿ ਸਤਿਆਪਾਲ ਮਲਿਕ ਹੈ ਹੀ ਇੰਨੀ ਅਣਖ ਵਾਲਾ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕਹਿੰਦਾ ਕੁਰਸੀ ਆ ਗਈ, ਮੈਂ ਨਹੀਂ ਪਰਵਾਹ ਕਰਦਾ। ਔਰ ਇਹਨਾਂ ਨੂੰ ਉਹਦੇ ਬਰਾਬਰ ਦਾ ਕੋਈ ਲੱਭਦਾ ਵੀ ਨਹੀਂ ਜਿੰਨਾ ਖੁੱਲ੍ਹ ਕੇ ਉਹ ਬੋਲ ਰਿਹਾ। ਮੈਂ ਸਮਝਦਾ ਕਿ ਬਾਕੀ ਵੀ ਜੇ ਕਿਤੇ ਇਸੇ ਤਰ੍ਹਾਂ ਬੋਲਣ ਲੱਗ ਜਾਣ, ਚੁੱਪ ਤੋੜ ਦੇਣ,
ਭਾਰਤ ਦੇ ਲੋਕਤੰਤਰ ਨੂੰ ਠੀਕ ਲੀਹ ਤੇ ਲਿਆਂਦਾ ਜਾ ਸਕਦਾ ਹੈ। ਇਸ ਵੇਲੇ ਭਾਰਤ ਨੂੰ ਇਹੋ ਜੀ ਆਪੋਜੀਸ਼ਨ ਦੀ ਵੀ ਲੋੜ ਹੈ ਜਿਹੜੀ ਸਰਕਾਰ ਨੂੰ ਚੁਣੌਤੀ ਪੇਸ਼ ਕਰ ਸਕੇ। ਬਦਕਿਸਮਤੀ ਨਾਲ ਪਾਰਲੀਮੈਂਟ 'ਚ ਆਪੋਜੀਸ਼ਨ ਇਹੋ ਜੀ ਹੈ ਨਹੀਂ ਜੀ। ਤੇ ਇਹੋ ਜਿਹੇ ਕੁਝ ਅਣਖ ਵਾਲੇ ਵਿਅਕਤੀ ਵੀ ਚਾਹੀਦੇ ਆ, ਕੁਝ ਹਸਤੀਆਂ ਵੀ ਚਾਹੀਦੀਆਂ ਜਿਹੜੀਆਂ ਅਗਲੇ ਪਾਸੇ ਅੱਖ 'ਚ ਅੱਖ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕਹਿ ਸਕਣ ਤੁਸੀਂ ਠੀਕ ਨਹੀਂ ਕਰ ਰਹੇ। ਜੇ ਇੱਕ ਬੰਦਾ ਕਰਦਾ ਤੇ ਇਹ ਨਹੀਂ ਕਿ ਉਹਨੇ ਬਿਆਨ ਕੀਤਾ, ਵੇਖਣਾ ਚਾਹੀਦਾ ਕਿ ਉਹ ਕਰ ਕੀ ਰਿਹਾ, ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਪੰਜ ਸਾਹਿਬ, ਇੱਕ ਹੋਰ ਸ਼ਖਸ ਆ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਦੇ ਪਏ ਆ, ਜਿਹੜੀ ਨੇ ਪੁੱਛਗਿੱਛ ਕੀਤੀ ਆ 3 ਘੰਟੇ ਲਈ। ਇੱਕ ਪਾਸੇ ਕਾਂਗਰਸ ਰੋਸ ਪ੍ਰਦਰਸ਼ਨ ਕਰਦੀ ਪਈ ਸੀਗੀ ਕਿ ਪੁੱਛਗਿੱਛ ਕਿਉਂ ਕੀਤੀ ਇਹਦੇ ਕਰਕੇ, ਤੇ ਉਧਰ ਰਾਹੁਲ ਗਾਂਧੀ ਹੋਰਾਂ ਤੋਂ ਕਹਿੰਦੇ 50 ਸਵਾਲ ਪੁੱਛੇ ਗਏ ਆ। ਇਹ ਕੀ ਸਮਝਦੇ ਆ ਪੂਰਾ ਕੁਝ ਅੱਜ ਜੋ ਕੁਝ ਹੋਇਆ? 50 ਸਵਾਲ ਛੱਡ ਕੇ 55 ਪੁੱਛ ਲੈਣ ਕੀ ਫਰਕ ਪਊਗਾ? ਰਾਹੁਲ ਗਾਂਧੀ ਕਦੇ ਕਿਸੇ ਸਵਾਲ ਦਾ ਸਿੱਧਾ ਜਵਾਬ ਦੇ ਸਕਦਾ? ਪੱਤਰਕਾਰ ਤੋਂ ਇੱਥੋਂ ਦੀ ਮਹਿੰਗਾਈ ਬਾਰੇ ਪੁੱਛਣ ਤੇ ਉਹ ਕਹਿਣ ਲੱਗ ਪੈਂਦਾ ਜਦੋਂ ਮੈਂ ਕੈਂਬਰਿਜ ਵਿੱਚ ਗਿਆ ਸੀ। ਜਦੋਂ ਪੁੱਛਣ ਕਿ ਇੱਥੇ ਦੇਸ਼ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਹੈ, ਕਹਿੰਦਾ ਜਦੋਂ ਮੈਂ ਨਿਊਜ਼ੀਲੈਂਡ ਗਿਆ ਸੀ। ਉਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਫਿਰਦਾ। ਉਹ ਹੁਣ ਉਹਦੇ ਘੇਰੇ ਘੇਰੇ ਇੱਕ ਜੁੰਡੀ ਹੈ। ਇੱਦਾਂ ਦੀ ਜੁੰਡੀ ਨੇ ਇੰਦਰਾ ਗਾਂਧੀ ਰਾਜ 'ਚ ਸੰਜੇ ਗਾਂਧੀ ਨੂੰ ਘੇਰਾ ਪਾਇਆ, ਭਾਰਤ ਦਾ ਵੀ ਭੱਠਾ ਬਿਠਾਇਆ, ਐਮਰਜੈਂਸੀ ਲੱਗੀ, ਤੇ ਕਾਂਗਰਸ ਪਾਰਟੀ ਦਾ ਤੇ ਨਹਿਰੂ ਗਾਂਧੀ ਪਰਿਵਾਰ ਦਾ ਭੱਠਾ ਵੀ ਸੰਜੇ ਗਾਂਧੀ ਤੇ ਉਹਦੀ ਜੁੰਡੀ ਨੇ ਬਿਠਾਇਆ ਸੀ। ਅੱਜ ਕੱਲ੍ਹ ਇੱਕ ਚਾਪਲੂਸਾਂ ਦੀ ਜੁੰਡੀ ਇਸ ਮੁੰਡੇ ਦੇ ਨਾਲ ਲੱਗੀ ਹੈ। ਇਹ ਜਿਹੜੀ ਗੱਲ ਕਰਦਾ ਉਹ ਹਾਂਜੀ ਹਾਂਜੀ ਚੁੱਕੀ ਜਾਂਦੇ ਨੇ ਇਹਨੂੰ। ਸਿਆਣਾ ਹੀ ਅਜੇ ਤੱਕ ਨਹੀਂ ਹੋ ਸਕਿਆ। ਜੇ ਸਿਆਣਾ ਹੋਣਾ ਸੀ ਇਹਨੇ ਤੇ ਚੰਗੀ ਗੱਲ ਸੀ ਕਿ 2004 'ਚ ਜਦੋਂ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਬਣੀ, ਇਹਦੀ ਮਾਂ ਇਹਨੂੰ ਉਸ ਵਕਤ ਉਸ ਸਰਕਾਰ ਦੇ ਵਿੱਚ ਮੰਤਰੀ ਬਣਾ ਦਿੰਦੀ। ਪੁੱਤ ਡਾਕਟਰ ਮਨਮੋਹਨ ਸਿੰਘ ਦੇ ਗੋਡੇ ਕੋਲ ਬੈਠ ਕੇ ਕੁਝ ਸਿੱਖ। ਇਹਦੇ ਮਨ ਵਿੱਚ ਦੂਜੀ ਗੱਲ ਆ ਗਈ ਕਿ ਸਾਡੇ ਨਹਿਰੂ ਗਾਂਧੀ ਪਰਿਵਾਰ 'ਚ ਰਿਵਾਜ ਹੈ ਜਿਹੜਾ ਬਣੇ ਸਿੱਧਾ ਪ੍ਰਧਾਨ ਮੰਤਰੀ ਬਣਦਾ ਹੁੰਦਾ, ਆਪਾਂ ਰਾਜ ਮੰਤਰੀ ਕੋਈ ਨਹੀਂ ਬਣਨਾ। ਉਹ ਇਹਦੇ ਸਿਰ ਨੂੰ ਜਿਹੜਾ ਭੂਤ ਸੀ ਇੰਨਾ ਸਵਾਰ ਹੋਇਆ ਕਿ ਇੱਕ ਵਾਰੀ ਦਿੱਲੀ ਦੇ ਇੱਕ ਸਟੇਡੀਅਮ ਦੇ ਵਿੱਚ, ਸਾਰਾ ਖਚਾ ਖਚ ਭਰਿਆ ਸਟੇਡੀਅਮ, ਇਕੱਠ ਪਤਾ ਨਹੀਂ ਹਜ਼ਾਰਾਂ ਦਾ ਸੀ ਕਿ ਲੱਖ ਤੋਂ ਵੱਧ ਸੀ, ਅੱਡੋ ਅੱਡ ਅੰਦਾਜ਼ਾ। ਉੱਥੇ ਤਕਰੀਰ ਕਰਦਿਆਂ ਨੇ ਕਹਿ ਦਿੱਤਾ, ਮੈਨੂੰ ਲੋਕ ਮੁੜ ਮੁੜ ਕੇ ਕਹਿੰਦੇ ਆ ਰਾਹੁਲ ਜੀ ਤੁਸੀਂ ਪ੍ਰਧਾਨ ਮੰਤਰੀ ਕਦੋਂ ਬਣੋਗੇ? ਤੇ ਮੈਂ ਕਹਿੰਦਾ ਪ੍ਰਧਾਨ ਮੰਤਰੀ ਬਣਨ ਦਾ ਕੀ, ਉਹ ਤੇ ਮੈਂ ਅੱਜ ਸ਼ਾਮ ਨੂੰ ਬਣ ਸਕਦਾ। ਇਹਦਾ ਮਤਲਬ ਸੀ ਕਿ ਜਿਹੜਾ ਮਨਮੋਹਨ ਸਿੰਘ ਬੈਠਾ ਇਹਦਾ ਕੀ, ਤਾਂ ਜਦੋਂ ਮਰਜ਼ੀ ਮੈਂ ਠਾ ਦਿਆਂ। ਐਡੀ ਵੱਡੀ ਗੱਲ ਇਹਨੇ ਕਹਿ ਦਿੱਤੀ। ਸਾਰੀ ਕਾਂਗਰਸ ਪਾਰਟੀ 'ਚੋਂ ਕਿਸੇ ਇੱਕ ਨੇ ਵੀ ਇਹਨੂੰ ਇਹ ਨਹੀਂ ਆਖਿਆ ਕਿ ਚੱਜ ਨਾ ਬੋਲਿਆ ਕਰ, ਕੋਈ ਵੱਡੇ ਛੋਟੇ ਦਾ ਲਿਹਾਜ਼ ਕਰਿਆ ਕਰ। ਫਿਰ ਇੱਕ ਵਾਰੀ ਭਾਰਤ ਸਰਕਾਰ ਨੇ, ਉਹ ਭਾਰਤ ਸਰਕਾਰ ਜਿਹੜੀ ਇਹਦੀ ਮਾਤਾ ਦੇ ਰਿਮੋਟ ਕੰਟਰੋਲ ਨਾਲ ਚੱਲਦੀ ਸੀ, ਉਹਨਾਂ ਨੇ ਇੱਕ ਬਿੱਲ ਪਾਸ ਕਰਤਾ। ਬਿੱਲ ਪਾਸ ਕਰਕੇ ਡਾਕਟਰ ਮਨਮੋਹਨ ਸਿੰਘ ਅਮਰੀਕਾ ਦੇ ਦੌਰੇ ਤੇ ਚਲਾ ਗਿਆ। ਉਹ ਉੱਥੇ ਦੁਨੀਆ ਦੇ ਲੀਡਰਾਂ ਨਾਲ ਮਿਲਦਾ ਪਿਆ। ਇੱਥੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਇੱਕ ਕੇਂਦਰੀ ਮੰਤਰੀ ਉਸ ਬਿੱਲ ਦੇ ਬਾਰੇ ਜਾਣਕਾਰੀ ਦੇਣ ਲਈ ਪੱਤਰਕਾਰਾਂ ਨਾਲ ਮੀਟਿੰਗ ਲਾਈ ਬੈਠਾ। ਪ੍ਰੈਸ ਕਾਨਫਰੰਸ ਚੱਲਦੀ ਪਈ ਹੈ। ਇਹ ਆਪਣੇ ਕਮਰੇ 'ਚੋਂ ਆਇਆ ਤੇ ਚੱਲਦੀ ਪ੍ਰੈਸ ਕਾਨਫਰੰਸ 'ਚ ਉੱਤੋਂ ਫੜ ਕੇ ਬਿੱਲ ਪਾੜ ਕੇ ਕਹਿੰਦਾ ਇੱਕ ਬਿੱਲ ਹੈ, ਚੱਕ ਕੇ ਮਾਰ, ਉਹ ਮਾਰਿਆ ਡਸਟਬਿਨ 'ਚ ਤੇ ਉੱਠ ਕੇ ਤੁਰ ਗਿਆ। ਸਾਰੇ ਪੱਤਰਕਾਰ ਵੀ ਵਹਿੰਦੇ ਰਹਿ ਗਏ, ਕਾਂਗਰਸੀ ਲੀਡਰ ਤੇ ਮੰਤਰੀ ਵੀ ਵਹਿੰਦੇ ਰਹਿ ਗਏ। ਉੱਥੇ ਡਾਕਟਰ ਮਨਮੋਹਨ ਸਿੰਘ ਨੂੰ ਦੁਨੀਆ ਦੇ ਦੂਸਰੇ ਸਿਰੇ ਤੇ ਅਮਰੀਕਾ 'ਚ ਪੁੱਛਿਆ ਗਿਆ, ਕਿਆ ਕੀ ਹੋਇਆ ਜੀ? ਤੁਹਾਡੀ ਸਰਕਾਰ ਨੇ ਬਿੱਲ ਪਾਸ ਕੀਤਾ ਤੇ ਤੁਹਾਡੀ ਪਾਰਟੀ ਦਾ ਲੀਡਰ ਬਿੱਲ ਪਾੜ ਕੇ ਕਹਿੰਦਾ ਕਿ ਬਿੱਲ ਕੀ ਹੈ, ਡਸਟਬਿਨ 'ਚ ਸੁੱਟਣ ਦੇ ਕਾਬਲ ਹੈ। ਉਹਨਾਂ ਲਫ਼ਜ਼ ਇਹ ਨਹੀਂ ਆਖਿਆ ਕਿ ਤੁਹਾਡੀ ਪਾਰਟੀ ਦੇ ਲੀਡਰ ਨੇ ਮਨਮੋਹਨ ਸਿੰਘ ਜੀ ਤੁਹਾਡੀ ਬੇਇੱਜ਼ਤੀ ਕੀਤੀ ਹੈ। ਉਹਨਾਂ ਇਹ ਆਖਿਆ ਜੀ ਆਹ ਕੀ ਹੋ ਗਿਆ? ਮਨਮੋਹਨ ਸਿੰਘ ਨੇ ਆਖਿਆ ਮੈਂ ਦੇਸ਼ ਤੋਂ ਦੂਰ ਬੈਠਾ, ਮੈਂ ਵਾਪਸ ਜਾ ਕੇ ਪਤਾ ਕਰਾਂਗਾ ਕੀ ਹੋਇਆ ਤੇ ਕੀ ਗੱਲ ਹੋਈ। ਪਰ ਵਾਪਸ ਆ ਕੇ ਵੀ ਮਨਮੋਹਨ ਸਿੰਘ ਕੋ ਸਖਤੀ ਨਾਲ ਤਾਂ ਨਹੀਂ ਪੁੱਛ ਸਕਿਆ। ਪੁੱਛਣ ਦੀ ਹਿੰਮਤ ਹੀ ਕਿਸੇ ਦੀ ਨਹੀਂ, ਕਿਉਂਕਿ ਇਹ ਮੁੰਡਾ ਮੂੰਹ ਜੋਰਿਆ, ਜੋ ਇਹਦੇ ਮਨ 'ਚ ਆਵੇ ਉਹ ਕਰਦਾ। ਇਹਦੇ ਘੇਰੇ ਘੇਰੇ ਬੈਠੀ ਜੁੰਡੀ ਇਹਨੂੰ ਇੱਕੋ ਗੱਲ ਸਮਝਾਈ ਗਈ ਆ ਕਿ ਜੋ ਕੁਝ ਤੂੰ ਕਰਦਾ ਤੇਰੇ ਨਾਲ ਦਾ ਕਰ ਨਹੀਂ ਸਕਦਾ। ਹੁਣ ਉਹ ਇਸ ਵੇਲੇ ਜਿਹੜਾ ਈਡੀ ਦਾ ਮਸਲਾ, ਇੱਕ ਅਖਬਾਰ ਸ਼ੁਰੂ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਜੀ, ਖੁਸ਼ਵੰਤ ਸਿੰਘ ਵਰਗੇ ਉਹਦੇ ਸੰਪਾਦਕ ਹੁੰਦੇ ਸੀ। ਚੱਲਦਾ ਰਿਹਾ, ਜਦੋਂ ਕਾਂਗਰਸ ਦਾ ਪੱਠਾ ਬੈਠਣਾ ਸ਼ੁਰੂ ਹੋਇਆ ਨਾਲ ਅਖਬਾਰ ਦਾ ਬੈਠ ਗਿਆ। ਉਸ ਅਖਬਾਰ ਦਾ ਬੈਠਦਿਆਂ ਇਹਨਾਂ ਨੇ ਉਹਨੂੰ ਮੁੜਾਉਣ ਵਾਸਤੇ ਮੁੜ ਕੇ ਇੱਕ ਟਰਸਟ ਜਿਹਾ ਬਣਾ ਲਿਆ। ਟਰਸਟ ਵਿੱਚ ਆਪਣੇ ਘਰ ਦੇ ਬੰਦੇ ਤੇ ਕੁਝ ਚਾਪਲੂਸ ਜੁੰਡੀ ਵਾਲੇ ਪਾ ਲਏ
ਉਹਦੇ ਵਾਸਤੇ ਇੱਧਰ ਉੱਧਰ ਪੈਸੇ ਕੁਝ ਕਾਂਗਰਸ ਪਾਰਟੀ 'ਚੋਂ ਫੰਡ ਦੇ ਦਿੱਤੇ। ਉਹਨਾਂ ਫੰਡਾਂ ਨੂੰ ਲੈ ਕੇ ਸੁਬਰਾਮਨੀਅਮ ਸਵਾਮੀ ਨੇ ਸ਼ਿਕਾਇਤ ਕਰਤੀ। ਹੁਣ ਉਹ ਇਹੋ ਜਿਹਾ ਮਰਿਆ ਸੱਪ ਗਲ 'ਚ ਪੈ ਗਿਆ, ਲੱਥਦਾ ਨਹੀਂ। ਕਦੇ ਇਹਨੂੰ ਪੇਸ਼ੀ ਦੇ ਸਾਹਮਣੇ ਆਉਂਦੇ ਆ, ਕਦੇ ਇਹਦੇ ਮਾਤਾ ਜੀ ਨੂੰ ਆਉਂਦੇ ਆ, ਕਦੇ ਨਾਲ ਦੇ ਲੀਡਰਾਂ ਨੂੰ ਆਉਂਦੇ ਆ। ਮਾਤਾ ਵਿਚਾਰੀ ਬਿਮਾਰ ਪਈ, ਹਸਪਤਾਲ ਉਹਨੂੰ ਉੱਥੇ ਸਾਹਮਣੇ ਜਾਂਦੇ ਪਏ ਨੇ ਜੀ। ਇਹ ਮੁੰਡਾ ਹੁਣ ਅੱਜ ਪੇਸ਼ੀ ਵਾਸਤੇ ਗਿਆ ਸੀ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੱਦਿਆ, ਜਾਣਾ ਤਾਂ ਪੈਣਾ ਹੀ ਸੀ। ਕਾਂਗਰਸੀਆਂ ਨੇ ਸਾਰੇ ਦੇਸ਼ ਵਿੱਚ ਇਹਦੇ ਨਾਲ ਆਪਣੀ ਸਪੋਰਟ ਸ਼ੋਅ ਕਰਨ ਵਾਸਤੇ ਜਿੱਥੇ ਜਿੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਆ, ਸਾਡੇ ਪੰਜਾਬ ਦਾ ਵੀ ਜਲੰਧਰ 'ਚ ਜੀ, ਇੱਥੇ ਵੀ ਸਾਰਿਆਂ ਥਾਵਾਂ ਤੇ ਧਰਨੇ ਮਾਰੇ ਆ, ਤੇ ਉਹਨਾਂ ਧਰਨਿਆਂ ਦਾ ਨਾਂ ਕੀ ਰੱਖਿਆ? ਹੱਲਾ ਬੋਲ। ਤੁਸੀਂ ਕਹਿੰਦਾ ਹੱਲਾ ਬੋਲੋਗੇ? ਹੱਲਾ ਤੇ ਤੁਹਾਡੇ ਉੱਤੇ ਮੋਦੀ ਸਾਹਿਬ ਨੇ ਤੇ ਅਮਿਤ ਸ਼ਾਹ ਨੇ ਬੋਲਿਆ ਹੋਇਆ ਜੀ। ਤੁਸੀਂ ਤੇ ਹੱਲੇ ਦਾ ਜਵਾਬ ਦੇਣਾ। ਤੁਸੀਂ ਤੇ ਹੱਲੇ ਦੇ ਸਾਹਮਣੇ ਹੋ, ਮਾਰ ਤੇ ਤੁਹਾਨੂੰ ਪੈਣ ਦੀ, ਤੁਸੀਂ ਕਹਿੰਦਾ ਹੱਲਾ ਬੋਲੋਗੇ? ਤੇ ਨਾ ਰੱਖਤਾ ਹੱਲਾ ਬੋਲ। ਉਹਨਾਂ ਨੇ ਕਈਆਂ ਥਾਵਾਂ ਤੇ ਕਾਂਗਰਸੀ ਫੜ ਲਿਆ। ਚਲੋ ਇਸ ਵੇਲੇ ਪੁੱਛਗਿੱਛ ਕਰਕੇ 4-5 ਘੰਟੇ ਦੀ, ਤੇ ਉਹਨਾਂ ਨੇ ਇੱਕ ਵਾਰੀ ਇਹਨੂੰ ਮੁੰਡੇ ਨੂੰ ਜਾਣ ਦਿੱਤਾ, ਪਾਰਟੀ ਦਾ ਲੀਡਰ ਹੈ, ਠੀਕ ਆ। ਪਰ ਜੇ ਇਹੋ ਹਾਲਤ ਰਹੀ ਤੇ ਇਹਦੇ ਘਰੇ ਘਰੇ ਜੁੰਡੀ ਵਾਲੇ, ਇਹਨਾਂ ਨੇ ਹੁਣ ਤੱਕ ਕਾਂਗਰਸ ਦੀ ਮਿੱਟੀ ਪਲੀਤ ਬਹੁਤ ਕਰ ਦਿੱਤੀ ਹੈ, ਅਜੇ ਹੋਰ ਕਰਨਗੇ। ਵੇਲਾ ਇਹ ਆ ਕਿ ਪਾਰਟੀ ਆਪਣਾ ਲੀਡਰ ਬਦਲੇ। ਅਜੇ ਤੱਕ ਲੀਡਰ ਬਦਲਣ ਜੋਗੀ ਪਾਰਟੀ 'ਚ ਹਿੰਮਤ ਨਹੀਂ, ਇਸ ਕਰਕੇ ਭੁਗਤਦੇ ਪਏ। ਪਰ ਸਭ ਇਹ ਤਾਂ ਹੋ ਗਿਆ ਖਬਰਾਂ ਦੀ ਚਰਚਾ, ਹੋਰ ਵੀ ਆਪਾਂ ਕਰਨੀ ਹੈ। ਇੱਕ ਗੱਲ ਹੋਰ ਦੱਸਿਓ ਕਿ ਇਹ ਸਾਬਕਾ ਮੰਤਰੀਆਂ ਦਾ ਬਹੁਤ ਰੌਲਾ ਚੱਲਦਾ ਪਿਆ ਜੋ ਕਾਂਗਰਸ ਵੇਲੇ ਸੀਗੇ ਕਿ ਇਹਨਾਂ ਨੇ ਘਪਲਾ ਕੀਤਾ ਹੈ, ਇਹਨਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਪਰ ਸਭ ਕੀ ਸੱਚ ਲੱਗਦਾ ਹੈ? ਕਿਉਂਕਿ 5-7 ਸਾਬਕਾ ਮੰਤਰੀਆਂ ਦੇ ਹੁਣ ਨਾਮ ਆਉਂਦੇ ਪਏ ਆ ਕਿ ਕਰੋੜਾਂ ਦਾ ਘਪਲਾ ਕਰ ਲਿਆ, ਪਰ ਤੁਸੀਂ ਕਿਵੇਂ ਦੇਖਦੇ? ਅਖਬਾਰਾਂ 'ਚ ਖਬਰਾਂ ਛਪੀਆਂ ਹੁੰਦੀਆਂ। ਦੇਖੋ, ਪੰਜਾਬ ਦੇ ਸਾਬਕਾ ਮੰਤਰੀਆਂ 'ਚੋਂ ਕੁਝ ਲੋਕਾਂ ਦੇ ਸਾਬਕਾ ਸਰਕਾਰ ਜਿਹੜੀ ਸੀ ਉਹਦੇ ਵਕਤ ਕੀਤੇ ਹੋਏ ਘਪਲੇ ਬਾਹਰ ਆਉਂਦੇ ਪਏ ਜੀ। ਸਾਧੂ ਸਿੰਘ ਧਰਮਸੋਤ ਫੜਿਆ ਗਿਆ, ਉਹਦੇ ਸਕੈਂਡਲ ਦਾ ਸਕੈਂਡਲ ਨਿਕਲਦੇ ਪਿਆ। ਸੰਗਤ ਸੋ ਗਿਲਜੀਆਂ ਲੁਕਿਆ ਫਿਰਦਾ, ਅਜੇ ਤੱਕ ਪਤਾ ਨਹੀਂ ਕਿੱਥੇ ਹੈ। ਪਰ ਉਹਦੇ ਵਾਲੇ ਮਾਮਲੇ 'ਚ ਵੀ ਪੜਤਾਲ ਜਿੱਥੇ ਪਹੁੰਚ ਗਈ ਹੈ, ਕੇਸ ਉਹਦੇ ਖਿਲਾਫ ਬਹੁਤ ਸਖਤ ਬਣਦਾ ਤੇ ਨਿਕਲ ਸਕਣ ਦੇ ਚਾਂਸ ਕੋਈ ਨਹੀਂ ਜਾਪਦੇ, ਉਹ ਵੀ ਫਸਦਾ। ਇਹਦੇ ਤੋਂ ਇਲਾਵਾ ਕਿਉਂਕਿ ਮੰਤਰੀਆਂ ਦੇ ਨਾਂ ਬਾਹਰ ਨਹੀਂ ਆਏ, ਮੈਂ ਕਿਸੇ ਦਾ ਨਾਂ ਉਹਨਾਂ ਚਿਰ ਨਹੀਂ ਲੈ ਸਕਦਾ ਜਦ ਤੱਕ ਉਹਨਾਂ ਮੰਤਰੀਆਂ ਦੇ ਨਾਂ ਸਰਕਾਰੀ ਤੌਰ ਤੇ ਦੱਸੇ ਨਹੀਂ ਜਾਂਦੇ ਜੀ। ਪਰ ਉੱਦਾਂ ਬੜਾ ਸਪਸ਼ਟ ਹੈ, ਇਸ ਵੇਲੇ 8 ਸਾਬਕਾ ਮੰਤਰੀਆਂ ਦੇ ਖਿਲਾਫ ਪੜਤਾਲ ਚੱਲਦੀ ਪਈ। ਮੈਂ ਇਸ਼ਾਰਿਆਂ 'ਚ ਦੱਸ ਦਿੰਦਾ, ਕੋਈ ਤਾਂ ਲੁੱਕ ਬਜਰੀ ਖਾ ਗਿਆ, ਹਾਜਮਾ ਬੜਾ ਤਗੜਾ ਕਿ ਲੁੱਕ ਬਜਰੀ ਵੀ ਖਾ ਜਾਂਦੇ, ਕੋਈ ਹਸਪਤਾਲਾਂ ਦੀਆਂ ਦਵਾਈਆਂ ਖਾ ਗਿਆ, ਕਿਸੇ ਨੇ ਕਾਲਜਾਂ ਦੇ ਕਾਲਜ ਹੀ ਵੇਚ ਛੱਡਿਆ। ਇਹ ਮਤਲਬ ਕੋਈ ਪਾਸਾ ਰਿਹਾ ਨਹੀਂ ਜਿਹਦੇ 'ਚ ਇਹਨਾਂ ਨੇ ਕੋਈ ਕਾਲਾ ਮਾਲਾ ਕੋਈ ਘਪਲਾ ਕੀਤਾ ਨਾ ਹੋਵੇ। ਜੇ ਸਾਰੇ ਪਾਸੇ ਇਹਨਾਂ ਨੇ ਘਪਲੇ ਕੀਤੇ ਆ, ਕਾਲੇ ਮਾਲੇ ਕੀਤੇ ਆ, ਥੱਲੇ ਇਹਨਾਂ ਨੇ ਜਿਹੜੇ ਅਫਸਰ ਸੀ ਉਹਨਾਂ ਨੂੰ ਅਫਸਰ ਨਹੀਂ ਰਹਿਣ ਦਿੱਤਾ, ਫਸਟ ਗ੍ਰੇਡ ਕਲੈਕਟਰ ਬਣਾ ਕੇ ਤੇ ਪੈਸੇ ਇਕੱਠੇ ਕਰਨ ਲਾ ਛੱਡਿਆ। ਹੁਣ ਜਦੋਂ ਇਹ ਫਸਦੇ ਪਏ ਆ ਤੇ ਉਹ ਅਫਸਰ ਵੀ ਫਸਣੇ ਆ। ਕੱਲ੍ਹ ਦੀ ਇੱਕ ਗੱਲ ਚੱਲਦੀ ਹੈ ਜੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 10 ਤਰੀਕ ਨੂੰ ਰਿਜ਼ਲਟ ਆ ਗਿਆ ਸੀ ਪੰਜਾਬ ਦਾ, ਕਾਂਗਰਸ ਪਾਰਟੀ ਹਾਰ ਗਈ ਤੇ 11 ਨੂੰ ਫਾਈਲ ਤੇ ਦਸਤਖਤ ਕੀਤੇ ਜਿਹੜੇ ਉਹਨੂੰ ਨਹੀਂ ਸੀ ਕਰਨੇ ਚਾਹੀਦੇ। ਮੈਂ ਵੀ ਸਮਝਦਾ ਕਿ ਸਿਆਣਾ ਬੰਦਾ ਸੀ, ਉਹਨੂੰ ਨਹੀਂ ਸੀ ਕਰਨੇ ਚਾਹੀਦੇ। ਇਹ ਤਾਂ ਗੱਲ ਇੱਕ ਦੀ ਹੋਈ। ਹੁਣ ਗੱਲ ਇਹ ਨਿਕਲਦੀ ਪਈ ਆ ਕਿ 11 ਮਾਰਚ ਨੂੰ ਇੱਕ ਨੇ ਨਹੀਂ 5-6 ਮੰਤਰੀਆਂ ਨੇ ਪੁਰਾਣੀਆਂ ਫਾਈਲਾਂ ਮੰਗਾ ਕੇ ਵੀ ਜਦ ਤੱਕ ਨਵੀਂ ਸਰਕਾਰ ਨਹੀਂ ਬਣਦੀ ਆਪਾਂ ਕਾਗਜ਼ੀ ਪੱਤਰੀ ਤੇ ਮੰਤਰੀ ਹੈਗੇ, ਉੱਦਾਂ ਭਾਵੇਂ ਸਰਕਾਰ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ। ਜਦੋਂ ਅਸਤੀਫਾ ਹੀ ਮਨਜ਼ੂਰ ਹੋ ਚੁੱਕਾ ਤੇ ਮੰਤਰੀ ਦੇ ਤੌਰ ਤੇ ਕੋਈ ਕੰਮ ਕਰ ਨਹੀਂ ਸੀ ਸਕਦੇ। ਉਹਨਾਂ ਸਾਰੇ ਮੰਤਰੀਆਂ ਨੇ ਆਪਣੇ ਅਫਸਰਾਂ ਨੂੰ ਕਹਿ ਕੇ ਬਿਨਾਂ ਕਿਸੇ ਰਜਿਸਟਰ ਵਿੱਚ ਐਂਟਰੀ ਕਰਾਏ ਤੋਂ ਫਾਈਲਾਂ ਆਪਣੇ ਕੋਲ ਮੰਗਾਈਆਂ ਤੇ ਉਹਨਾਂ ਸਾਰਿਆਂ ਨੇ ਕਿਸੇ ਨੇ ਬੈਕ ਡੇਟ ਵਿੱਚ, ਕਿਸੇ ਨੇ 11 ਤਰੀਕ 'ਚ ਫਾਈਲਾਂ ਤੇ ਦਸਤਖਤ ਕੀਤੇ ਆ ਜੀ। ਹੁਣ ਹੁੰਦਾ ਕੀ ਹੈ, ਜਿਹੜੇ ਕਰਿੰਦੇ ਹੁੰਦੇ ਸਰਕਾਰੀ ਕਰਿੰਦੇ, ਇਹ ਕਿਸੇ ਦੇ ਸਕੇ ਨਹੀਂ ਹੁੰਦੇ, ਸਰਕਾਰਾਂ ਇਹ ਨਾ ਸਮਝਣ। ਇੱਕ ਵਾਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਹਮਣੇ ਖੜੇ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਸੀ, ਅਮਰਿੰਦਰ ਸਿੰਘ ਜੀ ਤੁਸੀਂ ਰੱਸੇ ਦੇ ਕੇ ਸਾਡੇ ਮਗਰ ਪਾਏ ਨੇ ਆ ਪੁਲਿਸ ਵਾਲੇ ਤੇ ਦੂਜੇ ਅਫਸਰ, ਪਰ ਮੈਂ ਤੁਹਾਨੂੰ ਦੱਸਦਾ ਅਫਸਰ ਕਿਸੇ ਦੇ ਸਕੇ ਨਹੀਂ ਹੁੰਦੇ। ਜਦੋਂ ਮੈਂ ਡਿੱਗ ਪਿਆ ਸੀ ਬਾਥਰੂਮ 'ਚ, ਮੇਰਾ ਚੂੜਾ ਟੁੱਟ ਗਿਆ ਸੀ, ਮੇਰੇ ਸਿਕਿਉਰਿਟੀ ਦੇ ਅਫਸਰਾਂ ਨੇ ਡਾਕਟਰ ਨੂੰ ਫੋਨ ਪਿੱਛੋਂ ਕੀਤਾ ਸੀ ਤੇ ਤੁਹਾਨੂੰ ਪਹਿਲਾਂ ਕਰਤਾ ਸੀ, ਅਮਰਿੰਦਰ ਸਿੰਘ ਖੁਸ਼ ਹੋ ਜਾ ਬਾਦਲ ਦਾ ਚੂੜਾ ਟੁੱਟ ਗਿਆ।
ਤੇ ਜੇ ਮੇਰੇ ਵੇਲੇ ਅਫਸਰ ਇੰਨੇ ਕੁ ਆਗਿਆਕਾਰ ਸੀ, ਮੇਰੇ ਇੰਨੇ ਵਫਾਦਾਰ ਸੀ ਕਿ ਮੇਰੇ ਚੂੜਾ ਟੁੱਟੇ ਤੋਂ ਡਾਕਟਰ ਨੂੰ ਸੱਦਣ ਦੀ ਥਾਂ ਖੁਸ਼ੀ ਦੀ ਖਬਰ ਤੈਨੂੰ ਦਿੰਦੇ ਸੀ। ਤੇ ਜਿਹੜੇ ਅਫਸਰ ਅੱਜ ਤੇਰੇ ਨਾਲ ਲੱਗੇ ਆ, ਇਹ ਤੇਰੇ ਵੀ ਸਕੇ ਕੋਈ ਨਹੀਂ ਗਏ ਜੀ। ਕੱਲ ਨੂੰ ਤੇਰੇ ਖਿਲਾਫ ਵਗਣਗੇ, ਇਹਨਾਂ ਤੋਂ ਬਚ ਕੇ ਰਹੀਂ। ਉਹ ਜਿਹੜੀ ਗੱਲ ਉਦੋਂ ਆਖੀ ਗਈ ਸੀ, ਉਹ ਗੱਲ ਅਮਰਿੰਦਰ ਸਿੰਘ ਦੇ ਨਾਲ ਇੰਨੇ ਸਾਲ ਰਹੇ, ਇਹਨਾਂ ਕਾਂਗਰਸੀ ਮੰਤਰੀਆਂ ਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਸੀ। ਇਹ ਭਾਵੇਂ ਅਮਰਿੰਦਰ ਸਿੰਘ ਦਾ ਸਾਥ ਛੱਡਤਾ, ਚਰਨਜੀਤ ਸਿੰਘ ਚੰਨੀ ਨਾਲ ਜੁੜ ਗਏ ਤੇ ਬਾਅਦ ਵਿੱਚ ਚੋਣਾਂ 'ਚ ਹਾਰ ਕੇ ਘਰਾਂ ਨੂੰ ਮੁੜ ਗਏ, ਪਰ ਇੱਕ ਗੱਲ ਤੇ ਪੱਕੀ ਹੈ ਕਿ ਇਹਨਾਂ ਸਾਰਿਆਂ ਨੂੰ ਚੇਤਾ ਹੀ ਨਹੀਂ ਰਿਹਾ ਕਿ ਉਦੋਂ ਬਾਦਲ ਸਾਹਿਬ ਨੇ ਕੀ ਆਖਿਆ ਸੀ। ਜੇ ਬਾਦਲ ਸਾਹਿਬ ਵਰਗੇ ਧੜੱਲੇਦਾਰ ਮੁੱਖ ਮੰਤਰੀ ਨੂੰ ਅਫਸਰ ਠਿੱਬੀ ਲਾ ਸਕਦੇ, ਉਹਦੇ ਚੂੜਾ ਟੁੱਟੇ ਦੀ ਖਬਰ ਨੂੰ ਦੁੱਖ ਦੀ ਖਬਰ ਦੀ ਥਾਂ ਖੁਸ਼ੀ ਦੀ ਖਬਰ ਸਮਝ ਕੇ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜ ਸਕਦੇ ਆ ਜੀ। ਤੇ ਜਿਹੜੇ ਅਫਸਰ ਇਹਨਾਂ ਨਾਲ ਲੱਗੇ ਸੀ, ਜਿਨ੍ਹਾਂ ਨੇ ਫਾਈਲਾਂ ਤੋਂ ਇਹਨਾਂ ਤੋਂ ਦਸਤਖਤ ਕਰਾਏ ਆ, ਔਰ ਕਰਾਏ ਉਦੋਂ ਆ ਜਦੋਂ ਇਹਨਾਂ ਦੀ ਸਰਕਾਰ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਸੀ, ਚੋਣਾਂ ਵਿੱਚ ਹਾਰ ਚੁੱਕੇ ਸੀ, ਇਹਨਾਂ ਨੇ ਇਹ ਕਿੱਦਾਂ ਸਮਝ ਲਿਆ ਕਿ ਅਫਸਰ ਸਾਡੇ ਸਕੇ ਆ ਤੇ ਸਾਡਾ ਕੋਈ ਬਚਾਅ ਕਰਨਗੇ। ਇਹਨਾਂ ਨੂੰ ਇਹ ਚੇਤਾ ਕਿਉਂ ਨਾ ਰਿਹਾ ਕਿ ਇਹ ਅਫਸਰ ਤਾਂ ਉਹ ਹਵਾਈ ਕੁੱਕੜ ਨੇ। ਹਵਾਈ ਕੁੱਕੜ ਹੁੰਦਾ ਜਿਹੜਾ ਬਿਲਡਿੰਗ ਦੀ ਛੱਤ ਤੇ ਲਾਇਆ ਹੁੰਦਾ, ਉਹ ਜਿੱਧਰ ਨੂੰ ਹਵਾ ਵਗੇ ਉਸੇ ਪਾਸੇ ਨੂੰ ਮੂੰਹ ਕਰ ਲੈਂਦਾ ਹੁੰਦਾ। ਇਹਨਾਂ ਨੂੰ ਚੇਤਾ ਭੁੱਲ ਗਿਆ ਸੀ, ਹੁਣ ਫਸੇ ਫਿਰਦੇ, ਅਜੇ ਹੋਰ ਫਸਣਗੇ। ਪੰਜ ਸਾਹਿਬ, ਸੰਗਰੂਰ ਵਾਲੀ ਜਿਮਨੀ ਚੋਣ ਦੀ ਗੱਲ ਕਰਦੇ ਆ, ਕੁਝ ਕੁ ਸਿਆਸਤਦਾਨ ਸਿਆਸੀ ਲਾਹਾ ਲੈਣ ਦਾ ਯਤਨ ਕਰ ਰਹੇ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਕੋਈ ਕਹਿੰਦਾ ਸਿਆਸੀ ਮਾਰਕੀ ਪ੍ਰਭਾਵ ਬਹੁਤ ਪੈਣਾ ਸੀਟ ਤੇ। ਕਾਂਗਰਸ ਨੇ ਵੀ ਜਿਹੜਾ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ, ਗਾਣਾ ਲਾਂਚ ਕੀਤਾ, ਉਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਜ਼ਿਕਰ, ਉਹਦੀ ਫੋਟੋ ਲਗਾ ਦਿੱਤੀ ਗਈ ਹੈ। ਕਿਵੇਂ ਦੇਖਦੇ ਆ ਸਭ ਨੂੰ ਸਿਆਸਤਦਾਨ ਵਾਕਈ ਫਾਇਦਾ ਲੈ ਰਹੇ? ਤੇ ਇੱਕ ਮੁੱਦਾ ਹੋਰ ਉੱਠਦਾ ਪਿਆ, ਉਹ ਬੰਦੀ ਸਿੰਘਾਂ ਦਾ, ਕਿਉਂਕਿ ਸਿਮਰਜੀਤ ਸਿੰਘ ਮਾਨ ਕਹਿੰਦੇ ਪਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸਰਕਾਰ ਸੀ ਭਾਜਪਾ ਨਾਲ ਰਲ ਕੇ, ਉਦੋਂ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ? ਹੁਣ ਕਹਾਣੀ ਕਿੱਧਰ ਨੂੰ ਜਾਂਦੀ ਲੱਗਦੀ ਆ? ਦੇਖੋ, ਜਿਹੜਾ ਬੰਦੀ ਸਿੱਖਾਂ ਦਾ ਮੁੱਦਾ, ਉਹ ਤਾਂ ਜੇ ਅਕਾਲੀ ਆਗੂਆਂ ਨੇ ਚੁੱਕਣਾ ਹੁੰਦਾ 1997 ਚ ਚੁੱਕ ਸਕਦੇ ਸੀ ਜੀ। ਇਹ 1900 ਮੁੜ ਕੇ ਬਾਅਦ ਚ 2002 ਚ ਚੁੱਕ ਸਕਦੇ ਸੀ, 2012 ਚ ਚੁੱਕ ਸਕਦੇ ਸੀ। ਇਹ ਜਦੋਂ ਕੇਂਦਰ ਚ ਵਾਜਪਾਈ ਸਰਕਾਰ ਚ ਸਰਦਾਰ ਸੁਖਬੀਰ ਸਿੰਘ ਬਾਦਲ ਸੀ, ਸਰਜੀਤ ਸਿੰਘ ਬਰਨਾਲਾ ਸੀ, ਤੇ ਫਿਰ ਇਹਨਾਂ ਦਾ ਲੀਡਰ ਸੁਖਦੇਵ ਸਿੰਘ ਢੀਂਡਸਾ ਸੀ, ਉਦੋਂ ਚੁੱਕ ਸਕਦੇ ਸੀ। ਜਦੋਂ ਨਰਿੰਦਰ ਮੋਦੀ ਸਾਹਿਬ ਦੀ 1.5 ਸਰਕਾਰ ਚ ਬੀਬੀ ਹਰਸਿਮਰਤ ਕੌਰ ਬਾਦਲ ਸੀ, ਉਦੋਂ ਵੀ ਚੁੱਕ ਸਕਦੇ ਸੀ। ਬਿਲਕੁਲ ਜੀ। ਇਹਨਾਂ ਨੇ ਕਦੇ ਨਹੀਂ ਚੁੱਕਿਆ। ਹੁਣ ਸੰਗਰੂਰ ਦੀ ਚੋਣ ਖਾਤਰ ਇਹਨਾਂ ਨੇ ਮੁੱਦਾ ਚੁੱਕ ਲਿਆ, ਔਰ ਚੁੱਕਿਆ ਵੀ ਆਪ ਨਹੀਂ, ਕਿਸੇ ਦੇ ਜ਼ੋਰ ਦੇਣ ਤੇ ਚੁੱਕਿਆ। ਚਲੋ ਚੋਣ ਸਟੰਟ ਦੇ ਤੌਰ ਤੇ ਚੁੱਕਦੇ ਆ। ਅਗਲੇ ਪਾਸੇ ਸਿਮਰਜੀਤ ਸਿੰਘ ਮਾਨ ਆ, ਉਹ ਕਹਿੰਦਾ ਤੁਸੀਂ ਤਾਂ ਹੁਣ ਚੁੱਕਿਆ, ਮੈਂ ਤਾਂ 1993 ਤੋਂ ਅਮਰੀਕਾ ਦੇ ਰਾਸ਼ਟਰਪਤੀ ਕਦੇ ਜਾਰਜ ਬੁਸ਼ ਨੂੰ ਤੇ ਕਦੇ ਬਿਲ ਕਲਿੰਟਨ ਨੂੰ ਚਿੱਠੀਆਂ ਲਿਖਦਾ ਆਇਆ, ਤੁਸੀਂ ਮੇਰੇ ਤੋਂ ਵੱਧ ਜਾਣਦੇ ਜੀ। ਉਹ ਇਕੱਲਾ ਹੀ ਇੱਕ ਵਾਰੀ UN ਵਾਸਤੇ ਵੀ ਚਿੱਠੀ ਦੇਣ ਤੁਰ ਗਿਆ ਸੀ। ਉਹ ਕਹਿੰਦਾ ਤੁਸੀਂ ਮੇਰੇ ਤੋਂ ਵੱਧ ਕੀ ਚੁੱਕ ਲਓਗੇ? ਇਹ ਇਹਨਾਂ ਦੀ ਖਹਿਬਾਜ਼ੀ ਵੱਖਰੇ ਥਾਂ ਤੇ ਰਹਿਣ ਦਿਓ। ਦੂਸਰਾ ਸਵਾਲ ਆ ਜਾਂਦਾ, ਕਾਂਗਰਸ ਨੇ ਇੱਕ ਗਾਣਾ ਲਾਂਚ ਕੀਤਾ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਇਸ਼ਾਰੇ ਦੇ ਤੌਰ ਤੇ ਵਰਤਿਆ ਗਿਆ ਜੀ। ਮੈਂ ਸਮਝਦਾ ਕਿ ਉਹਨਾਂ ਨੂੰ ਇਹ ਗਾਣਾ ਨਹੀਂ ਸੀ ਲਾਂਚ ਕਰਨਾ ਚਾਹੀਦਾ, ਇਹ ਠੀਕ ਨਹੀਂ ਕੀਤਾ। ਸਿੱਧੂ ਮੂਸੇਵਾਲੇ ਦਾ ਜਿਸ ਦਿਨ ਭੋਗ ਪਿਆ, ਉਹਦੇ ਮਾਂ-ਬਾਪ ਤੋਂ ਵੱਧ ਦੁਖੀ ਤਾਂ ਕੋਈ ਨਹੀਂ ਹੋ ਸਕਦਾ। ਬਿਲਕੁਲ ਜੀ। ਉਹਦੇ ਬਾਪ ਨੇ ਉਸ ਵਕਤ ਬੜੇ ਭਾਵਕ ਮਾਹੌਲ ਦੇ ਵਿੱਚ ਵੀ ਬੜੀ ਅਕਲ ਵਾਲੀ ਤਕਰੀਰ ਕੀਤੀ, ਚੁਣ ਕੇ ਗੁੰਦਵੇਂ ਲਫ਼ਜ਼ ਵਰਤੇ। ਇੱਕ ਤਾਂ ਜਿਹੜਾ ਮੁੜ ਕੇ ਤੋੜਾ ਝਾੜਿਆ ਜਾ ਰਿਹਾ ਸੀ, ਰਾਜੇ ਵੜਿੰਗ ਨੇ ਮੁੰਡਾ ਮਰਵਾਤਾ ਜੀ, ਸਿੱਧੂ ਮੂਸੇਵਾਲਾ ਮਰਵਾਤਾ। ਉਹਨੇ ਸਾਫ਼ ਆਖਿਆ ਕਿ ਰਾਜਾ ਵੜਿੰਗ ਸਾਡਾ ਫੈਮਿਲੀ ਮੈਂਬਰ ਆ, ਇਹਨੇ ਤੈਨੂੰ ਆਖਿਆ ਸੀ ਸਿੱਧੂ ਮੂਸੇਵਾਲੇ ਨੂੰ ਕਿ ਤੂੰ ਚੋਣ ਨਾ ਲੜ, ਇਹ ਫੈਸਲਾ ਉਹਦਾ ਸੀ, ਇਹਨੇ ਨਹੀਂ ਮਰਵਾਇਆ। ਦੂਜੀ ਗੱਲ ਉਹਨੇ ਇਹ ਆਖੀ ਕਿ ਸਾਡੇ ਘਰ 'ਚ ਦੁੱਖ ਵਾਪਰਿਆ ਤੇ ਤੁਸੀਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਟਿੱਪਣੀਆਂ ਪਾਈ ਜਾਂਦੇ ਹੋ, ਇਹ ਨਾ ਪਾਓ। ਜਿੰਨੀਆਂ ਵੀ ਟਿੱਪਣੀਆਂ ਪਾਈ ਜਾਣ, ਇੱਧਰੋਂ ਪਾਓ ਉੱਧਰੋਂ ਪਾਓ, ਹੁਣ ਵੀ ਕੁਝ ਲੋਕ ਪਾਈ ਜਾਂਦੇ ਨੇ। ਉਹਦੇ ਤੋਂ ਉਹਦੇ ਮਾਂ-ਬਾਪ ਦੁਖੀ ਹੁੰਦੇ ਪਏ। ਜਦੋਂ ਵੀ ਕੋਈ ਇਦਾਂ ਕਰਦਾ, ਉਹਨਾਂ ਦੇ ਗਮ ਦੇ ਉੱਤੇ, ਜਿਹੜਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਖਰੀਂਡ ਆਉਣ ਲੱਗਦਾ, ਇਹ ਲੋਕ ਖੁਰਚ ਕੇ ਲਾ ਦਿੰਦੇ ਆ। ਉਸ ਗੱਲ ਨੂੰ ਛੱਡਿਆ ਜਾਣਾ ਚਾਹੀਦਾ। ਹੁਣ ਜੇ ਉਹਨੂੰ ਇਹ ਚੋਣ ਮੁੱਦਾ ਬਣਾਉਣਗੇ, ਸਿਮਰਜੀਤ ਸਿੰਘ ਮਾਨ ਕਹਿੰਦਾ ਜੀ ਉਹਨੇ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਬਾਪੂ ਜੀ ਮੈਂ ਤੁਹਾਡੀ ਮਦਦ ਕਰਨ ਆਊਂਗਾ। ਬਿਲਕੁਲ ਜੀ। ਕਾਂਗਰਸੀ ਆਪਣਾ ਗਾਣਾ ਲਾਂਚ ਕਰਕੇ ਕਹਿੰਦੇ ਜੀ ਸਾਡੇ ਵੱਲੋਂ ਚੋਣ ਲੜੀ ਸੀ, ਸਾਡਾ ਸੀ। ਉਹਨੂੰ ਜੇ ਵੱਖ-ਵੱਖ ਤਰ੍ਹਾਂ ਆਪੋ ਆਪਣੇ ਢੰਗ ਨਾਲ ਵਰਤਣ ਦਾ ਯਤਨ ਕਰਨਗੇ, ਇਹਨਾਂ 'ਚੋਂ ਪਤਾ ਨਹੀਂ ਕਿਸੇ ਜਿੱਤਣਾ ਕਿ ਨਹੀਂ ਜਿੱਤਣਾ। ਕੀ ਪਤਾ ਲੋਕਾਂ ਨੇ ਇਸ ਗੱਲ ਤੋਂ ਹੀ ਖਿੱਚ ਕੇ ਇਹਨਾਂ ਦੇ ਖਿਲਾਫ ਨਹੀਂ ਹੋ ਜਾਣਾ ਵੀ ਸਿੱਧੂ ਮੂਸੇਵਾਲਾ ਦਾ ਨਾਂ ਵਰਤਦੇ ਫਿਰਦੇ ਆ।
ਉਹਦੀ ਮੌਤ ਦਾ ਲਾਭ ਲੈਂਦੇ ਨੇ। ਇਸ ਗੱਲ ਤੋਂ ਵੀ ਹੋ ਸਕਦੇ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈ, ਇਹਨਾਂ ਦੇ ਸਾਹਮਣੇ ਤਾਂ ਸਵਾਲ ਹੋਊਗਾ ਕਿ 9 ਅਸੈਂਬਲੀ ਹਲਕਿਆਂ ਜਿੱਡਾ ਪਾਰਲੀਮੈਂਟ ਹਲਕਾ ਹੁੰਦਾ, ਉਹਦੇ ਤੋਂ ਆਪਣਾ ਇੱਕ ਬੰਦਾ ਜਿਤਾ ਲਈਏ। ਇਹਨਾਂ 'ਚੋਂ ਕਿਸੇ ਦੇ ਮਨ 'ਚ ਵੀ ਉਹ ਸਵਾਲ ਹੋ ਸਕਦਾ ਜੀ। ਪਰ ਕੀ ਇਹਨਾਂ ਨੇ ਕਦੇ ਇਹ ਸੋਚਿਆ ਕਿ ਜਦੋਂ ਅਸੀਂ ਇਹੋ ਜਿਹੀ ਕੋਸ਼ਿਸ਼ ਕਰਾਂਗੇ, ਜਿਹੜਾ ਦੁਖੀ ਪਰਿਵਾਰ ਆ, ਜਿਨ੍ਹਾਂ ਦਾ ਜਵਾਨ ਪੁੱਤ, ਜਿਹਦੀਆਂ ਦੁਨੀਆ 'ਚ ਧੁੰਮਾਂ ਪਈਆਂ ਸੀ, ਉਹ ਦੁਨੀਆ ਤੋਂ ਚਲਾ ਗਿਆ ਔਰ ਐਡੀ ਦੁਖਾਂਤਕ ਮੌਤ ਉਹਦੀ ਹੋਈ ਆ, ਉਹਦਾ ਕਤਲ ਹੋਇਆ, ਬੜਾ ਘਿਨਾਉਣਾ ਜੁਰਮ ਹੋਇਆ। ਜਦੋਂ ਇਸ ਤਰ੍ਹਾਂ ਗੱਲਾਂ ਕਰਨਗੇ ਚੋਣਾਂ ਦੇ ਵਿੱਚ, ਚਰਚਾ 'ਚ, ਤੇ ਜਿਹੜੀ ਮਾਂ ਨੇ ਆਪਣਾ ਪੁੱਤ ਸਿਰੇ ਬੰਨ੍ਹ ਕੇ ਤੋਰਿਆ, ਜਾਣ ਲੱਗੇ ਪੁੱਤ ਨੂੰ ਬਾਪ ਨੇ ਤੇ ਮਾਂ ਨੇ ਜਿੰਨੇ ਕੁ ਮਨ 'ਚ ਲਾਡ ਸਨ ਉਹ ਲੜਾਏ ਆ, ਕਿ ਉਹਨਾਂ ਮਨ ਨਹੀਂ ਦੁਖੀ ਕਰ ਰਹੇ? ਇਹਨਾਂ ਨੂੰ ਚੋਣਾਂ 'ਚ ਕਿਸੇ ਵੀ A B C D E 5 ਮੁੱਖ ਉਮੀਦਵਾਰ ਨੇ, ਇਹਨਾਂ 'ਚੋਂ ਕਿਸੇ ਨੂੰ ਵੀ ਇਸ ਵੇਲੇ ਚੋਣ ਚਰਚਾ 'ਚ ਸਿੱਧੂ ਮੂਸੇਵਾਲੇ ਦਾ ਨਾਂ ਨਹੀਂ ਵਰਤਣਾ ਚਾਹੀਦਾ। ਜੇ ਵਰਤਦੇ ਆ, ਮੇਰੀ ਸਮਝ ਆ ਕਿ ਗਲਤ ਕਰ ਰਹੇ। ਜੀ ਪੰਨ ਸਾਹਿਬ, ਬਿਲਕੁਲ ਸਹੀ ਗੱਲ ਆ। ਪਰਿਵਾਰ ਨਾਲ ਪੂਰੀਆਂ ਭਾਵਨਾਵਾਂ ਨੇ, ਪਰ ਕੁਝ ਸਿਆਸਤਦਾਨ ਕੁਰਸੀ ਕਰਕੇ ਸਾਰਾ ਕੁਝ ਕਰਦੇ ਪਏ ਨੇ। ਪਰ ਚਲੋ, ਆਉਣ ਵਾਲੇ ਸਮੇਂ ਦੇਖਦੇ ਹਾਂ ਕਿੱਧਰ ਨੂੰ ਗੱਲ ਜਾਂਦੀ ਹੈ। ਪਰ ਤੁਸੀਂ ਸਾਰੀਆਂ ਖਬਰਾਂ ਤੇ ਬਹੁਤ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ, ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।